ਪੁੰਨ ਦਾਨ ਪੂਜਾ ਪਰਮੇਸ਼ਰ ਹਰ ਕੀਰਤ ਤਤ ਵਿਚਾਰੇ। ਰਹਾਉ ਵਿਸਰਾਮ ਦੇ ਕੇ ਸਤਿਗੁਰੂ ਫਰਮਾਉਂਦੇ ਨੇ, ਅਸੀਂ ਤਤ ਵਿਚਾਰੇ, ਇਹ ਤਤ ਦੀ ਵਿਚਾਰ ਕੀਤੀ ਹੈ, ਇਹ ਅਸੀਂ ਨਿਚੋੜ ਕੱਢਿਆ ਹੈ। ਕੀ ਗੱਲ? ਹਰ ਕੀਰਤ ਜਿਹੜੀ ਵਾਹਿਗੁਰੂ ਦੀ ਸਿਫਤ ਸਲਾਹ ਕਰਨੀ ਹੈ, ਪੁੰਨ ਦਾਨ ਪੂਜਾ ਪਰਮੇਸ਼ਰ, ਬਈ ਇਹੀ ਸਭ ਤੋਂ ਵੱਡਾ ਪੁੰਨ ਦਾਨ ਹੈ ਤੇ ਇਹੀ ਪਰਮੇਸ਼ਰ ਦੀ ਪੂਜਾ ਕਰਨੀ ਹੈ। ਜੋ ਹਰ ਵੇਲੇ ਵਾਹਿਗੁਰੂ ਦੀ ਸਿਫਤ ਸਲਾਹ ਕਰਨੀ ਹੈ ਤੇ ਇਹੀ ਪੁੰਨ ਦਾਨ ਹੈ ਤੇ ਇਹੀ ਸਭ ਤੋਂ ਵੱਡੀ ਪਰਮੇਸ਼ਰ ਦੀ ਪੂਜਾ ਹੈ। ਪੁੰਨ ਦਾਨ ਪੂਜਾ ਪਰਮੇਸ਼ਰ ਹਰ ਕੀਰਤ ਤਤ ਵਿਚਾਰੇ। ਗੁਣ ਗਾਵਤ ਅਤੁਲ ਸੁਖ ਪਾਇਆ ਠਾਕੁਰ ਅਗਮ ਅਪਾਰੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਅਸੀਂ ਤੇ ਉਸ ਮਾਲਕ ਦੇ ਗੁਣ ਗਾਉਂਦਿਆਂ ਹੋਇਆਂ ਅਤੁਲ ਸੁਖ ਪਾਇਆ। ਅਤੁਲ ਸੁਖ ਜਿਹੜਾ ਤੋਲਿਆ ਨਾ ਜਾਵੇ, ਬਹੁਤ ਭਾਰੀ ਵੱਡਾ ਸੁਖ ਪ੍ਰਾਪਤ ਕੀਤਾ ਹੈ। ਠਾਕੁਰ ਅਗਮ ਅਪਾਰੇ, ਉਹ ਕੈਸਾ ਹੈ ਵਾਹਿਗੁਰੂ ਜਿਸ ਦੇ ਤੁਸੀਂ ਗੁਣ ਗਾਏ? ਉਹ ਠਾਕੁਰ ਮਾਲਕ ਹੈ, ਮਨ ਦੀ ਗਮਤਾ ਤੋਂ ਪਰੇ ਤੇ ਅਪਾਰੇ ਪਾਰਾਵਾਰ ਤੋਂ ਵੀ ਰਹਿਤ ਹੈ। ਜੋ ਜਨ ਭਾਰ ਬ੍ਰਹਮ ਆਪਣੇ ਕੀਨੇ ਤਿਨਕਾ ਬਾਹੁਰ ਕਛ ਨਾ ਵਿਚਾਰੇ। ਲੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜੋ ਜਨ ਦਾਸ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਆਪਣੇ ਕਰ ਲਏ ਨੇ, ਤਿਨਕਾ ਬਾਹੁਰ ਕਛ ਨਾ ਵਿਚਾਰੇ, ਫਿਰ ਦੁਬਾਰਾ ਮੁੜ ਕੇ ਉਹਨਾਂ ਦਾ ਕੋਈ ਹੋਰ ਵਿਚਾਰ ਕੀਤਾ ਹੀ ਨਹੀਂ। ਭਾਵ ਜਿਨ੍ਹਾਂ ਨੂੰ ਇੱਕ ਵਾਰੀ ਵਾਹਿਗੁਰੂ ਪਰਮੇਸ਼ਰ ਆਪਣਾ ਬਣਾ ਲੈਂਦਾ ਹੈ, ਫਿਰ ਉਹਨਾਂ ਦੇ ਗੁਣਾਂ ਅਵਗੁਣਾਂ ਦਾ, ਚੰਗੇ ਮਾੜੇ ਕਰਮਾਂ ਦਾ ਤੇ ਜਾਂ ਕੋਈ ਹੋਰ ਕਿਸੇ ਕਿਸਮ ਦਾ ਹਿਸਾਬ ਕਿਤਾਬ ਕਰਦਾ ਹੀ ਨਹੀਂ ਹੈ। ਨਾਮ ਰਤਨ ਸੁਨ ਜਪ ਜਪ ਜੀਵਾ ਹਰ ਨਾਨਕ ਕੰਠ ਮਜਾਰੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਵਾਹਿਗੁਰੂ ਦਾ ਨਾਮ ਇੱਕ ਅਮੋਲਕ ਰਤਨ ਹੈ। ਅਸੀਂ ਉਸ ਨੂੰ ਸੁਣ ਸੁਣ ਕੇ ਤੇ ਵਾਹਿਗੁਰੂ ਦੇ ਨਾਮ ਨੂੰ ਜਪ ਜਪ ਕੇ ਜੀ ਰਹੇ ਹਾਂ। ਹਰ ਨਾਨਕ ਕੰਠ ਮਜਾਰੇ, ਤੇ ਅਸੀਂ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਆਪਣੇ ਕੰਠ ਮਜਾਰੇ, ਕੰਠ ਵਿੱਚ ਪਰੋ ਕੇ ਰੱਖਿਆ ਹੋਇਆ ਹੈ। ਹਰ ਵੇਲੇ ਜਿਵੇਂ ਕੋਈ ਰਤਨ ਨੂੰ ਕਿਸੇ ਮਾਲਾ ਦੇ ਵਿੱਚ ਪਰੋ ਕੇ ਗਲ ਵਿੱਚ ਪਾ ਲੈਂਦਾ ਹੈ ਨਾ, ਇਸੇ ਤਰ੍ਹਾਂ ਅਸੀਂ ਵਾਹਿਗੁਰੂ ਦੇ ਨਾਮ ਰੂਪੀ ਰਤਨ ਨੂੰ ਆਪਣੇ ਗਲ ਦੇ ਵਿੱਚ ਪਰੋ ਕੇ ਪਾਇਆ ਹੋਇਆ ਹੈ। ਟੋਡੀ ਮਹੱਲਾ ਨਾਵਾਂ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਕਹੋ ਕਹਾਂ ਆਪਣੀ ਅਦਮਾਈ, ਉਰਜਿਓ ਕਨਕ ਕਾਮਨੀ ਕੇ ਰਸ ਨਹਿ ਕੀਰਤ ਪ੍ਰਭ ਗਾਈ ਰਹਾਓ। ਲੋ ਹੁਣ ਅੱਗੇ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇੱਕ ਸ਼ਬਦ ਆ ਰਿਹਾ ਹੈ, ਜਿਸ ਨੂੰ ਟੋਡੀ ਰਾਗ ਦੇ ਵਿੱਚ ਉਚਾਰਨ ਕੀਤਾ ਗਿਆ ਹੈ। ਟੋਡੀ ਮਹੱਲਾ ਨਾਵਾਂ ਟੋਡੀ ਰਾਗ ਦੇ ਵਿੱਚ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਆਰੰਭ ਦੇ ਵਿੱਚ ਮੰਗਲਾਚਰਨ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਉਹ ਅਕਾਲ ਪੁਰਖ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ। ਓੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ ਨਾਸ ਤੋਂ ਰਹਿਤ ਤੇ ਗੁਰ ਪ੍ਰਸਾਦ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਸ ਪਾਵਨ ਪਵਿੱਤਰ ਸ਼ਬਦ ਦੇ ਵਿੱਚ ਇਸ ਗੁਸਤਾਖ ਮਨੁੱਖ ਦੀ ਅਵਸਥਾ ਬਿਆਨ ਕੀਤੀ ਹੈ। ਕਹੋਂ ਕਹਾਂ ਆਪਣੀ ਅਦਮਾਈ। ਉਤਮ ਪੁਰਖ ਦੇ ਵਿੱਚ ਸਤਿਗੁਰੂ ਉਚਾਰਨ ਕਰਦੇ ਹਨ। ਅਦਮਾਈ ਦਾ ਅਰਥ ਹੈ ਵੀ ਜਿਹੜੀ ਨੀਚਤਾਈ। ਕਹੋ ਕਹਾਂ ਆਪਣੀ ਅਦਮਾਈ, ਮੈਂ ਆਪਣੀ ਨੀਚਤਾਈ ਆਪ ਜੀ ਦੇ ਪਾਸ ਕਹੋ ਕਹਾਂ ਮੈਂ ਕੀ ਦੱਸਾਂ। ਭਾਵ ਮੇਰੇ ਮਨ ਦੀ ਅਵਸਥਾ ਤੇ ਇੰਨੀ ਨਿਗਰੀ ਹੋਈ ਹੈ ਔਰ ਇੰਨੀ ਇਹ ਨਖਿਤ ਹੋ ਗਈ ਹੈ, ਮੈਂ ਇਹਦੇ ਬਾਰੇ ਕੁਝ ਵੀ ਦੱਸ ਨਹੀਂ ਸਕਦਾ। ਅੱਗੇ ਹਜ਼ੂਰ ਫਰਮਾਉਂਦੇ ਨੇ, ਔਰ ਜੋ ਕਨ ਕਾਮਨੀ ਕੀ ਰਸ, ਇਹ ਸਾਡਾ ਮਨ, ਕਨਕ ਸੋਨਾ ਤੇ ਕਾਮਨੀ ਦਾ ਅਰਥ ਹੈ ਇਸਰੀ। ਇਸ ਤਰ੍ਹਾਂ ਇਹ ਸਾਡਾ ਮਨ ਜੜ ਚੇਤਨ ਮਾਇਆ ਦੇ ਰਸ ਦੇ ਵਿੱਚ ਉਰਜੋ ਦਾ ਅਰਥ ਫਸਿਆ ਹੋਇਆ ਹੈ। ਮੈਂ ਆਪਣੇ ਮਨ ਦੀ ਜਿਹੜੀ ਨੀਚਤਾਈ ਹੈ ਕੀ ਦੱਸਾਂ। ਮੇਰਾ ਮਨ ਇਹ ਸੋਨਾ ਤੇ ਕਾਮਨੀ ਇਸਰੀ ਭਾਵ ਜੜ ਚੇਤਨ ਮਾਇਆ ਦੇ ਰਸ ਪ੍ਰੇਮ ਦੇ ਵਿੱਚ ਫਸਿਆ ਹੋਇਆ ਹੈ। ਨਹਿ ਕੀਰਤ ਪ੍ਰਭ ਗਾਈ, ਤੇ ਕਦੇ ਇਸਨੇ ਵਾਹਿਗੁਰੂ ਦੀ ਮਹਿਮਾ ਗਾਇਨ ਹੀ ਨਹੀਂ ਕੀਤੀ
ਤੇ ਹਰ ਵੇਲੇ ਜੜ ਚੇਤਨ ਮਾਇਆ ਦੇ ਪ੍ਰੇਮ ਦੇ ਵਿੱਚ ਹੀ ਫਸਿਆ ਰਿਹਾ। ਜਗ ਝੂਠੇ ਕੋ ਸਾਚ ਜਾਣ ਕੈ ਤਾਸਿਓ ਰੁਚ ਉਪਜਾਈ। ਰਹਾਉ ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਫਰਮਾਉਂਦੇ ਹਨ, ਸਾਡੇ ਮਨ ਦੀ ਇਹ ਹਾਲਤ ਹੈ, ਜਗ ਝੂਠੇ ਕੋ, ਸੰਸਾਰ ਹੈ ਤੇ ਝੂਠਾ, ਦ੍ਰਿਸ਼ਟਮਾਨ ਹੈ ਸਗਲ ਮਥੇਨਾ, ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ। ਇਸ ਝੂਠੇ ਸੰਸਾਰ ਨੂੰ ਸਾਚ ਜਾਣ ਕੇ, ਸੱਚਾ ਸਮਝ ਕੇ, ਤਾਸਿਓ ਰੁਚ ਉਪਜਾਈ, ਉਹਦੇ ਨਾਲ ਬੜੀ ਰੁਚੀ ਪੈਦਾ ਕੀਤੀ ਹੈ। ਭਾਵ ਇਸ ਸੰਸਾਰ ਨੂੰ ਸੱਚਾ ਜਾਣ ਕੇ ਵੀ ਸੰਸਾਰ ਦੇ ਵਿੱਚ ਬੜਾ ਪਿਆਰ ਅਸੀਂ ਵਧਾਇਆ ਹੋਇਆ ਹੈ। ਹੁਣ ਜਦੋਂ ਆਪਾਂ ਆਪਣੇ ਮਨ ਵਿੱਚ ਵਿਚਾਰ ਕੇ ਦੇਖਦੇ ਹਾਂ, ਹਰ ਆਦਮੀ ਇਹੀ ਸੋਚੀ ਬੈਠਾ ਹੈ ਬਈ ਹੋਰ ਲੋਕ ਭਾਵੇਂ ਮਰ ਰਹੇ ਨੇ ਪਰ ਮੈਂ ਨਹੀਂ ਮਰਨਾ, ਮੈਂ ਤੇ ਹਮੇਸ਼ਾ ਇੱਥੇ ਹੀ ਰਹਿਣਾ। ਇਸੇ ਲਈ ਇਹ ਮਨੁੱਖ ਸੰਸਾਰ ਦੇ ਵਿੱਚ ਰਹਿਣ ਦੇ ਲਈ ਕਿੰਨੇ ਕਿੰਨੇ ਯਤਨ ਕਰ ਰਿਹਾ ਹੈ, ਆਪਣੇ ਰਹਿਣ ਲਈ ਸੋਹਣੇ ਸੋਹਣੇ ਘਰ ਬਣਾਉਂਦਾ ਹੈ, ਹੋਰ ਸੁੱਖ ਸਹੂਲਤਾਂ ਵੀ ਬਣਾਉਂਦਾ ਹੈ, ਮਾਇਆ ਇਕੱਠੀ ਕਰਦਾ ਹੈ ਵੀ ਇਹ ਮੇਰੇ ਕੰਮ ਆਵੇਗੀ। ਇਹਦਾ ਮਤਲਬ ਇਹੀ ਹੈ ਵੀ ਅਸੀਂ ਸੰਸਾਰ ਨੂੰ ਸੱਚਾ ਸਮਝੀ ਬੈਠੇ ਹਾਂ, ਤਾਂ ਹੀ ਇਹ ਸਾਰਾ ਕੁਝ ਹੋ ਰਿਹਾ ਹੈ ਨਾ। ਪਰ ਹਜ਼ੂਰ ਕਹਿੰਦੇ ਨੇ ਸੱਚ ਤਾਂ ਇਹ ਹੈ, ਸੰਸਾਰ ਹੈ ਤੇ ਝੂਠਾ, ਪਰ ਇਹਨੂੰ ਸੱਚਾ ਜਾਣ ਕੇ ਇਹਦੇ ਨਾਲ ਬੜੀ ਰੁਚੀ ਪੈਦਾ ਕੀਤੀ, ਬੜੀ ਪ੍ਰੀਤੀ, ਬੜੀ ਮੁਹੱਬਤ ਵਧਾਈ ਹੋਈ ਹੈ। ਦੀਨ ਬੰਦ ਸਿਮਰਿਓ ਨਹੀਂ ਕਬਹੂ ਹੋਤ ਜੋ ਸੰਗ ਸਹਾਈ। ਹਾਂ, ਜੋ ਦੀਨਾਂ ਦਾ ਬੰਧੂ, ਗਰੀਬਾਂ ਦਾ ਸਹਾਇਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ, ਉਹਨੂੰ ਕਦੇ ਚੇਤੇ ਹੀ ਨਹੀਂ ਕੀਤਾ। ਹੋਤ ਜੋ ਸੰਗ ਸਹਾਈ, ਜਿਹੜਾ ਮਨੁੱਖ ਦੇ ਨਾਲ ਰਹਿੰਦਾ ਹੈ ਤੇ ਹਮੇਸ਼ਾ ਲਈ ਸਹਾਈ ਮਦਦਗਾਰ ਵੀ ਹੁੰਦਾ, ਜਿਹੜਾ ਨਾਲ ਹੋ ਕੇ ਹਮੇਸ਼ਾ ਲਈ ਸਹਾਇਤਾ ਕਰਦਾ ਹੈ, ਉਸ ਦੀਨਾ ਬੰਧੂ ਵਾਹਿਗੁਰੂ ਪਰਮੇਸ਼ਰ ਨੂੰ ਕਦੇ ਯਾਦ ਹੀ ਨਹੀਂ ਕੀਤਾ। ਮਗਨ ਰਹੋ ਮਾਇਆ ਮੈਂ ਨਿਸ ਦਿਨ ਛੁੱਟੀ ਨ ਮਨ ਕੀ ਕਾਈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਵੇਖ ਲੋ, ਮਗਨ ਰਹੋ ਮਾਇਆ ਮੈਂ ਨਿਸ ਦਿਨ, ਬਈ ਮੈਂ ਤੇ ਦਿਨ ਰਾਤ ਮਾਇਆ ਦੀ ਖੁਮਾਰੀ ਵਿੱਚ, ਮਾਇਆ ਦੇ ਗਰੂਰ ਦੇ ਵਿੱਚ ਹੀ ਮਸਤ ਹੋਇਆ ਰਿਹਾ। ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣੀ ਬਹੁ ਰੋਲਕ ਝੋਲਾ। ਮਾਇਆ ਦੀ ਵੀ ਗਮਰੂਰੀ ਹੁੰਦੀ ਹੈ ਨਾ, ਮਾਇਆ ਦੀ ਵੀ ਖੁਮਾਰੀ ਹੁੰਦੀ ਹੈ। ਹਜ਼ੂਰ ਕਹਿੰਦੇ ਮੈਂ ਤੇ ਦਿਨ ਰਾਤ ਉਸ ਮਾਇਆ ਦੀ ਮਸਤੀ ਵਿੱਚ, ਮਾਇਆ ਦੇ ਗਰੂਰ ਦੇ ਵਿੱਚ ਹੀ ਮਸਤ ਹੋਇਆ ਰਿਹਾ। ਛੁੱਟੀ ਨਾ ਮਨ ਕੀ ਕਾਈ, ਜਿਹੜੀ ਮਨ ਦੀ ਕਾਈ ਮੈਲ ਸੀ ਉਹ ਛੁੱਟ ਨਾ ਸਕੀ। ਕਾਈ ਕਹਿੰਦੇ ਨੇ ਜਿਵੇਂ ਪਾਣੀ ਉੱਤੇ ਕੋਈ ਬੂਰ ਆ ਜਾਂਦਾ, ਕੋਈ ਉਹਦੇ ਉੱਤੇ ਮੈਲ ਜੰਮ ਜਾਂਦੀ ਹੈ, ਇਸੇ ਤਰ੍ਹਾਂ ਸਾਡੇ ਮਨ ਉੱਤੇ ਵੀ ਮਾਇਆ ਦੇ ਮੋਹ ਦੀ ਕਾਈ ਮੈਲ ਪਈ ਹੋਈ ਹੈ। ਛੁੱਟੀ ਨਾ ਮਨ ਕੀ ਕਾਈ, ਜਿਹੜੀ ਉਹ ਮਨ ਦੀ ਕਾਈ ਸੀ, ਮਨ ਦੀ ਮੈਲ ਸੀ, ਉਹ ਦੂਰ ਨਾ ਹੋ ਸਕੀ। ਕਹਿ ਨਾਨਕ ਅਬ ਨਾਹੇ ਅਨਤਗਤ ਬਿਨ ਹਰ ਕੀ ਸਰਨਾਈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਕਹਿ ਨਾਨਕ ਬਿਨ ਨਾਹੇ ਅਨਤਗਤ, ਅਨੰਤ ਪਾਠ ਕਰਨਾ। ਕਹਿ ਨਾਨਕ ਬਿਨ ਨਾਹੇ ਅਨੰਤਗਤ, ਬਈ ਹੋਰ ਕਿਸੇ ਵੀ ਢੰਗ ਦੇ ਨਾਲ ਕਿਸੇ ਵੀ ਥਾਂ ਤੇ ਸਾਡੀ ਕਲਿਆਣ ਨਹੀਂ ਹੋ ਸਕਦੀ। ਗਤ ਦਾ ਅਰਥ ਹੈ ਕਲਿਆਣ, ਆਨੰਦ ਦਾ ਅਰਥ ਹੈ ਵੀ ਕਿਸੇ ਵੀ ਹੋਰ ਥਾਂ ਤੇ ਕਿਸੇ ਵੀ ਹੋਰ ਢੰਗ ਦੇ ਨਾਲ ਸਾਡੀ ਕਲਿਆਣ ਨਹੀਂ ਹੋ ਸਕਦੀ। ਬਿਨ ਹਰ ਕੀ ਸਰਣਾਈ, ਬਿਨਾਂ ਵਾਹਿਗੁਰੂ ਦੀ ਸ਼ਰਨ ਤੋਂ। ਇਹਦਾ ਮਤਲਬ ਇਹ ਹੈ ਵਾਹਿਗੁਰੂ ਤੇ ਮਹਾਨ ਦਿਆਲੂ ਕਿਰਪਾਲੂ ਹੈ। ਜੇ ਕੋਈ ਨਿਮਾਣਾ ਤੇ ਨਿਤਾਣਾ ਚਾਹੇ ਕਿਤਨਾ ਵੀ ਵੱਡਾ ਪਾਪੀ ਤੇ ਅਪਰਾਧੀ ਹੋਵੇ, ਪਰ ਜੇ ਇੱਕ ਵਾਰੀ ਵਾਹਿਗੁਰੂ ਦੇ ਦਰ ਤੇ ਢਹਿ ਕੇ ਅਰਦਾਸ ਬੇਨਤੀ ਕਰੇ, ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ, ਦਇਆ ਕਰੋ ਕਿਛ ਮਿਹਰਿਓ ਪਾਵੋ ਡੁੱਬਦੇ ਪੱਥਰ ਤਾਰੇ, ਤੇ ਵਾਹਿਗੁਰੂ ਪਰਮੇਸ਼ਰ ਉਸਨੂੰ ਬਖਸ਼ ਲੈਂਦਾ ਹੈ। ਟੋਡੀ ਬਾਣੀ ਭਗਤਾਂ ਕੀ ਇਕ ਓੰਕਾਰ ਸਤਿਗੁਰ ਪ੍ਰਸਾਦ, ਕੋਈ ਬੋਲੇ ਨਿਰਵਾ ਕੋਈ ਬੋਲੇ ਧੂਰ, ਜਲ ਕੀ ਮਾਛਲੀ ਚਰੈ ਖਜੂਰ। ਲੋ ਹੁਣ ਅੱਗੇ ਟੋਡੀ ਰਾਗ ਦੇ ਅਖੀਰ ਦੇ ਉੱਤੇ ਭਗਤਾਂ ਦੀ ਬਾਣੀ ਆ ਰਹੀ ਹੈ, ਕਿਉਂਕਿ ਸਤਿਗੁਰੂ ਮਹਾਰਾਜ ਗੁਰੂ ਅਰਜਨ ਦੇਵ ਮਹਾਰਾਜ ਨੇ ਜਦੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬੀੜ ਸੰਪਾਦਿਤ ਕੀਤੀ, ਤਾਂ ਉਸ ਵੇਲੇ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਪਾਸੋਂ ਜੋ ਬਾਣੀ ਲਿਖਵਾਈ, ਉਹਦੀ ਬੜੀ ਸੋਹਣੀ ਤਰਤੀਬ ਬਣਾਈ। ਸਭ ਤੋਂ ਪਹਿਲਾਂ
ਧੰਨ ਗੁਰੂ ਨਾਨਕ ਦੇਵ ਮਹਾਰਾਜ ਦੀ ਬਾਣੀ, ਫਿਰ ਦੂਜੇ, ਤੀਜੇ, ਚੌਥੇ, ਪੰਜਵੇਂ ਸਤਿਗੁਰੂ ਦੀ ਬਾਣੀ, ਫਿਰ ਅੱਗੇ ਭਗਤਾਂ ਦੀ ਬਾਣੀ ਅਖੀਰ ਤੇ ਲਿਖਵਾਈ ਹੈ। ਨੌਵੇਂ ਪਾਤਸ਼ਾਹ ਦੀ ਬਾਣੀ ਕਲਗੀਧਰ ਪਾਤਸ਼ਾਹ ਨੇ ਚੜ੍ਹਾਈ ਸੀ। ਜਦੋਂ ਤੱਕ ਸ੍ਰੀ ਦਮਦਮਾ ਸਾਹਿਬ ਵਿਖੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣੇ ਅਨੁਭਵ ਦੁਆਰਾ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਕੰਠੋਂ ਉਚਾਰਨ ਕੀਤਾ, ਉਸ ਵੇਲੇ ਨੌਵੇਂ ਪਾਤਸ਼ਾਹ ਦੀ ਬਾਣੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਚੜ੍ਹਾਈ ਗਈ ਸੀ। ਕਿਉਂਕਿ ਪਹਿਲਾ ਸਰੂਪ, ਜਿਸ ਨੂੰ ਆਦਿ ਬੀੜ ਕਹਿੰਦੇ ਨੇ ਜਾਂ ਕਰਤਾਰਪੁਰੀ ਬੀੜ, ਉਹ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਤਿਆਰ ਕਰਵਾਈ, ਤੇ ਦਮਦਮੀ ਬੀੜ ਕਲਗੀਧਰ ਪਾਤਸ਼ਾਹ ਨੇ ਉਹ ਆਪ ਤਿਆਰ ਕਰਵਾਈ ਸੀ। ਉਹਦੇ ਵਿੱਚ ਨੌਵੇਂ ਪਾਤਸ਼ਾਹ ਦੀ ਬਾਣੀ ਚੜਾ ਕੇ ਬਾਣੀ ਨੂੰ ਸੰਪੂਰਨ ਕੀਤਾ। ਟੋਡੀ ਬਾਣੀ ਭਗਤਾਂ ਕੀ, ਅਖੀਰ ਉੱਤੇ ਭਗਤਾਂ ਦੀ ਬਾਣੀ ਸਤਿਗੁਰੂ ਨੇ ਲਿਖੀ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਆਰੰਭ ਦੇ ਵਿੱਚ ਮੰਗਲਾਚਰਨ ਕੀਤਾ ਹੈ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਉਹ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ। ਓੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ ਨਾਸ ਤੋਂ ਰਹਿਤ, ਤੇ ਗੁਰ ਪ੍ਰਸਾਦ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਹੁਣ ਜੋ ਅੱਗੇ ਸ਼ਬਦ ਆ ਰਿਹਾ ਹੈ ਔਰ ਉਹ ਭਗਤ ਨਾਮਦੇਵ ਜੀ ਦਾ ਹੈ, ਉੱਤੇ ਤਾਂ ਸਿੱਧਾ ਹੀ ਟੋਡੀ ਬਾਣੀ ਭਗਤਾਂ ਕੀ ਹੀ ਲਿਖੀ ਹੈ, ਪਰ ਇਹ ਬਾਣੀ ਅੱਗੇ ਨਾਮਦੇਵ ਭਗਤ ਜੀ ਦੀ ਆਰੰਭ ਹੋ ਰਹੀ ਹੈ। ਆਪ ਸੰਗਤਾਂ ਪ੍ਰੇਮ ਦੇ ਨਾਲ ਇਹਦੀ ਵਿਚਾਰ ਸੁਣੋ। ਕੋਈ ਬੋਲੇ ਨਿਰਵਾ, ਕੋਈ ਬੋਲੇ ਦੂਰ, ਜਲ ਕੀ ਮਾਛਲੀ ਚਰੈ ਖਜੂਰ। ਕਾਇ ਰੇ ਬਕਬਾਦ ਲਾਇਓ, ਜਿਨ ਹਰ ਪਾਇਓ ਤਿਨ ਹੈ ਛਪਾਇਓ। ਰਹਾਓ। ਇਹ ਹੈ ਸਿਧਾਂਤ ਰੂਪ ਪੰਕਤੀਆਂ। ਭਗਤ ਨਾਮਦੇਵ ਜੀ ਦੇ ਪਾਸ ਕੋਈ ਪੰਡਤ ਆਇਆ ਹੈ, ਉਸਨੇ ਆ ਕੇ ਚਰਚਾ ਕੀਤੀ। ਕਹਿਣ ਲੱਗਾ, ਤੁਸੀਂ ਭਗਤ ਹੋ ਤੇ ਮੈਂ ਇੱਕ ਵਿਦਵਾਨ ਹਾਂ, ਮੈਂ ਤੁਹਾਡੇ ਨਾਲ ਇੱਕ ਬ੍ਰਹਮ ਚਰਚਾ ਕਰਨੀ ਹੈ। ਤੁਸੀਂ ਮੈਨੂੰ ਇਹ ਦੱਸੋ ਬਈ ਉਹ ਪਰਮੇਸ਼ਰ ਨੇੜੇ ਹੈ ਜਾਂ ਦੂਰ ਹੈ। ਜਦੋਂ ਇਹ ਗੱਲ ਸੁਣੀ ਤਾਂ ਭਗਤ ਜੀ ਕਹਿਣ ਲੱਗੇ, ਜਿਵੇਂ ਤੇਰੀ ਮਰਜ਼ੀ ਹੈ ਤੂੰ ਇਹਨੂੰ ਸਮਝੀ ਜਾ, ਪਰ ਤੂੰ ਸਾਡਾ ਵਕਤ ਕਿਉਂ ਜ਼ਾਇਆ ਕਰਦਾ? ਤੂੰ ਕਿਸੇ ਹੋਰ ਨਾਲ ਜਾ ਕੇ ਚਰਚਾ ਕਰ ਲੈ। ਕੋਈ ਤੇਰੇ ਵਰਗਾ ਹੋਰ ਵੀ ਤੇ ਕੋਈ ਪੰਡਤ ਹੋ ਸਕਦਾ ਹੈ, ਪਰ ਮੈਂ ਤੇ ਭਗਤ ਹਾਂ, ਅਨਪੜ੍ਹ ਹਾਂ, ਮੇਰੇ ਨਾਲ ਕਾਹਦੀ ਚਰਚਾ? ਪਰ ਉਹ ਹਟੇ ਨਾ। ਤੇ ਭਗਤ ਜੀ ਨੇ ਫਿਰ ਉਸ ਵੇਲੇ ਉਹਨੂੰ ਇਹ ਆਖਿਆ, ਕਾਇ ਰੇ ਬਕਵਾਦ ਲਾਇਓ। ਉਸ ਪੰਡਤ ਨੂੰ ਕਹਿੰਦੇ ਨੇ ਵੀ ਤੂੰ ਕਾਹਦੇ ਵਾਸਤੇ ਇਹ ਬਕਵਾਸ ਸ਼ੁਰੂ ਕੀਤਾ ਹੋਇਆ? ਕਾਹਦੇ ਲਈ ਇਹ ਐਵੇਂ ਊਟ ਪਟਾਂਗ ਗੱਲਾਂ ਕਰੀ ਜਾ ਰਿਹਾ ਹੈ? ਤੂੰ ਪੁੱਛਦਾ ਮੈਨੂੰ ਦੱਸੋ ਰੱਬ ਕਿੱਥੇ ਹੈ? ਜਿਨ ਹਰ ਪਾਇਓ ਤਿਨ ਹੈ ਛਪਾਇਓ। ਇਹਦਾ ਜਵਾਬ ਇਹ ਹੈ, ਜਿਸਨੇ ਵਾਹਿਗੁਰੂ ਪਰਮੇਸ਼ਰ ਨੂੰ ਪ੍ਰਾਪਤ ਕੀਤਾ ਹੈ, ਤਿਨ ਹੈ ਛਪਾਇਓ, ਉਹ ਫਿਰ ਉਸ ਨੂੰ ਛੁਪਾ ਕੇ ਰੱਖਦਾ। ਉਹ ਕਿਸੇ ਨੂੰ ਦੱਸਦਾ ਨਹੀਂ। ਜਿਹਨੂੰ ਰੱਬ ਮਿਲ ਜਾਂਦਾ ਹੈ ਉਹ ਬਿਲਕੁਲ ਖਾਮੋਸ਼ ਹੋ ਜਾਂਦਾ ਹੈ, ਮਸਤ ਹੋ ਜਾਂਦਾ ਹੈ। ਇੱਕ ਥਾਂ ਤੇ ਹੋਰ ਵੀ ਬਚਨ ਆਏ ਨੇ, ਹੋਣ ਜੀ ਖੁਦਾਏ ਦੇ ਭੇਤ ਨਾ ਕਿਸੈ ਦੇਣ। ਵੀ ਜਿਹੜੇ ਪਰਮੇਸ਼ਰ ਦੇ ਨੇੜੇ ਹੁੰਦੇ ਨੇ ਉਹ ਕਿਸੇ ਨੂੰ ਆਪਣਾ ਭੇਤ ਨਹੀਂ ਦਿੰਦੇ, ਉਹ ਚੁੱਪਚਾਪ ਆਪਣੀ ਮਸਤੀ ਵਿੱਚ ਰਹਿੰਦੇ ਨੇ। ਦੱਸਦੇ ਨੇ ਇੱਕ ਵਾਰੀ ਜਿਹੜੇ ਸੁਕਰਾਤ ਦੇ ਚੇਲੇ ਸਨ ਉਹ ਆਪਸ ਵਿੱਚ ਉਲਝ ਗਏ। ਇੱਕ ਸ਼ਰਧਾਲੂ ਸਾਨੂੰ ਕਹਿਣ ਲੱਗੇ ਵੀ ਜਿਹੜਾ ਸੁਕਰਾਤ ਇੱਕ ਗਿਆਨਵਾਨ ਪੁਰਸ਼ ਹੈ, ਪਹੁੰਚਿਆ ਹੋਇਆ ਮਨੁੱਖ ਹੈ। ਦੂਜੇ ਕਹਿਣ ਲੱਗੇ ਨਹੀਂ ਬਈ ਉਹ ਪਹੁੰਚਿਆ ਹੋਇਆ ਮਨੁੱਖ ਨਹੀਂ। ਦੋਹਾਂ ਦੀ ਆਪਸ ਵਿੱਚ ਕਾਫੀ ਦੇਰ ਚਰਚਾ ਹੋਈ। ਫਿਰ ਉਹਨਾਂ ਨੇ ਸੋਚਿਆ ਵੀ ਇਉਂ ਤੇ ਕੋਈ ਫੈਸਲਾ ਨਹੀਂ ਹੋਣਾ, ਤੇ ਆਪਾਂ ਹੁਣ ਇਉਂ ਕਰਦੇ ਹਾਂ, ਸੁਕਰਾਤ ਕੋਲ ਚੱਲਦੇ ਹਾਂ। ਦੋਵੇਂ ਧਿਰਾਂ ਸੁਕਰਾਤ ਕੋਲ ਆ ਗਏ ਹੈ ਤੇ ਉਹਦੇ ਚੇਲੇ ਸਨ, ਤੇ ਉਹਨੂੰ ਆ ਕੇ ਕਹਿਣ ਲੱਗੇ, ਅੱਛਾ ਤੁਸੀਂ ਇਸ ਗੱਲ ਦਾ ਫੈਸਲਾ ਦੱਸੋ ਬਈ ਤੁਸੀਂ ਗਿਆਨਵਾਨ ਹੋ ਜਾਂ ਤੁਸੀਂ ਅਗਿਆਨੀ ਹੋ। ਇਹ ਗੱਲ ਸੁਣ ਕੇ ਸੁਕਰਾਤ ਮੁਸਕਰਾਇਆ ਤੇ ਸੋਚਣ ਲੱਗਾ ਵੀ ਤੁਸੀਂ ਇਸ ਗੱਲ ਦੀ ਬਹਿਸ ਕਿਉਂ ਕਰ ਰਹੇ ਹੋ। ਅਖੀਰ ਦੇ ਉੱਤੇ ਉਹਨੇ ਜਿਨ ਹਰ ਪਾਇਓ ਤਿਨ ਹੈ ਛਪਾਇਓ, ਇਸ ਭਾਵਨਾ ਨੂੰ ਉਜਾਗਰ ਕਰਦਿਆਂ ਹੋਇਆਂ ਇੱਕੋ ਹੀ ਗੱਲ ਆਖੀ। ਕਹਿਣ ਲੱਗਾ, ਤੁਸੀਂ ਮੈਨੂੰ ਇਹ ਪੁੱਛਦੇ ਹੋ ਵੀ ਤੂੰ ਗਿਆਨਵਾਨ ਹੈ ਜਾਂ ਕਿ ਤੂੰ ਅਗਿਆਨੀ ਹੈ। ਤਾਂ ਸੁਕਰਾਤ ਕਹਿਣ ਲੱਗੇ, ਮੇਰੇ ਵਰਗਾ ਅਗਿਆਨੀ ਪੁਰਸ਼ ਕੋਈ ਦੁਨੀਆ ਵਿੱਚ ਨਹੀਂ ਹੈ।
ਕਿਉਂਕਿ ਜਿਹਨੇ ਰੱਬ ਨੂੰ ਪ੍ਰਾਪਤ ਕੀਤਾ ਉਹ ਹਮੇਸ਼ਾ ਹੀ ਇਹ ਗੱਲ ਆਖਦਾ। ਜਿਹੜਾ ਆਖੇ ਵੀ ਮੈਂ ਉਸ ਨੂੰ ਜਾਣ ਲਿਆ ਤੇ ਉਸ ਨੇ ਜਾਣਿਆ ਨਹੀਂ ਹੁੰਦਾ, ਉਹ ਝੂਠ ਬੋਲਦਾ। ਤੇ ਜਿਹਨੇ ਉਸ ਨੂੰ ਜਾਣ ਲਿਆ ਉਹ ਕਿਸੇ ਨੂੰ ਦੱਸਦਾ ਵੀ ਨਹੀਂ, ਆਪਣੇ ਆਪ ਉਸ ਦੇ ਬਾਰੇ ਪਤਾ ਲੱਗਦਾ। ਇਸੇ ਲਈ ਭਗਤ ਨਾਮਦੇਵ ਜੀ ਉਸ ਨੂੰ ਕਹਿੰਦੇ ਨੇ, ਕਾਏ ਰੇ ਬਕਵਾਦ ਲਾਇਓ, ਤੂੰ ਕਾਹਦੇ ਲਈ ਇਹ ਬਕਵਾਸ ਸ਼ੁਰੂ ਕੀਤਾ ਹੋਇਆ ਤੇ ਤੂੰ ਪੁੱਛਦਾ ਦੱਸੋ ਰੱਬ ਕਿੱਥੇ ਹੈ। ਤੇ ਜਿਹਨੇ ਉਸ ਪਰਮੇਸ਼ਰ ਨੂੰ ਪ੍ਰਾਪਤ ਕੀਤਾ ਹੈ ਤਿਨਹਿ ਛਪਾਇਓ, ਉਹਨੇ ਉਸ ਨੂੰ ਛੁਪਾ ਕੇ ਰੱਖਿਆ, ਗੁਪਤ ਰੱਖਿਆ, ਉਹ ਕਿਸੇ ਨੂੰ ਦੱਸਦਾ ਨਹੀਂ। ਇਹੀ ਉਹਦੀ ਨਿਸ਼ਾਨੀ ਹੈ। ਉਹ ਚੁੱਪਚਾਪ ਆਪਣੀ ਮਸਤੀ ਵਿੱਚ ਬੈਠਾ ਰਹੇਗਾ, ਉਹਨੂੰ ਕੋਈ ਦੁਨੀਆ ਦੀ ਪਰਵਾਹ ਨਹੀਂ ਹੋਵੇਗੀ। ਇਹ ਉਸ ਦੀ ਨਿਸ਼ਾਨੀ ਹੈ। ਤੇ ਕੁਛ ਜਿਹੜੇ ਨਵੇਂ ਅੱਜ ਕੱਲ੍ਹ ਦੇ ਜਿਹੜੇ ਉਹ ਬਾਬੇ ਤੇ ਹੋਰ ਕੋਈ ਆਪਣੇ ਆਪ ਨੂੰ ਵੱਡਾ ਸਾਬਤ ਕਰਨ ਵਾਸਤੇ ਉਹ ਕਹਿੰਦੇ ਵੀ ਨਹੀਂ, ਇਸ ਪੰਕਤੀ ਦਾ ਅਰਥ ਜਿਨ ਹਰ ਪਾਇਓ ਤਿਨਹਿ ਛਪਾਇਓ, ਇਹਦਾ ਇਹ ਨਹੀਂ ਵੀ ਉਹ ਆਪਣੇ ਆਪ ਨੂੰ ਲੁਕਾ ਕੇ ਰੱਖਦੇ ਨੇ। ਉਹ ਕਹਿੰਦੇ ਨੇ ਜਿਹਨੇ ਰੱਬ ਨੂੰ ਪ੍ਰਾਪਤ ਕਰ ਲਿਆ ਤਿਨਹਿ ਛਪਾਇਓ। ਫਿਰ ਉਹਨਾਂ ਨੇ ਵੱਡੇ ਵੱਡੇ ਇਸ਼ਤਿਹਾਰ ਛਪਾਏ ਵੀ ਅਸੀਂ ਸੰਤ ਹਾਂ, ਅਸੀਂ ਬਾਬੇ ਹਾਂ, ਸਾਡੇ ਕੋਲ ਆਓ। ਅੱਜ ਕੱਲ੍ਹ ਚੱਲ ਵੀ ਇਹੀ ਕੁਛ ਰਿਹਾ ਹੈ। ਕੋਈ ਸਰਸੇ ਵਾਲਾ, ਕੋਈ ਰਾਧਾ ਸੁਆਮੀ, ਕੋਈ ਕੁਛ ਹੋਰ ਬਿਆਨ ਦੁਨੀਆ ਦੇ ਵਿੱਚ ਦੁਕਾਨਾਂ ਚੱਲੀਆਂ ਹੋਈਆਂ ਨੇ। ਹੁਣ ਤੇ ਪ੍ਰਾਪੇ ਗੰਡੇ ਦਾ ਜੋਗੀ ਹੈ, ਅਸਲੀਅਤ ਨੂੰ ਕੋਈ ਸਮਝ ਨਹੀਂ ਰਿਹਾ। ਇਸੇ ਲਈ ਉਹ ਕਹਿੰਦੇ ਵੀ ਜਿਹਨੇ ਰੱਬ ਨੂੰ ਪਾ ਲਿਆ ਤੇ ਉਹਨੇ ਕਹਿੰਦੇ ਫਿਰ ਕਹਿੰਦੇ ਉਹ ਛਪਾਇਆ ਸਾਰਿਆਂ ਦੇ ਵਿੱਚ, ਭਾਵ ਉਹਨੇ ਬੜੇ ਬੜੇ ਇਸ਼ਤਿਹਾਰ ਛਪਾਏ ਨੇ, ਬੋਰਡ ਛਪਾਏ ਨੇ, ਲੋਕਾਂ ਨੂੰ ਦੱਸਦਾ ਹੈ ਵੀ ਹਾਂ ਮੈਂ ਰੱਬ ਨੂੰ ਪਾ ਲਿਆ। ਪਰ ਇਹ ਤੇ ਨਕਲੀ ਤੇ ਪਖੰਡੀਆਂ ਦੀ ਗੱਲ ਹੋ ਸਕਦੀ ਹੈ, ਪਰ ਅਸਲੀ ਮਹਾਂਪੁਰਖ ਉਹ ਤੇ ਭਾਈ ਜਿਨ੍ਹਾਂ ਨੂੰ ਪਰਮੇਸ਼ਰ ਦੀ ਪ੍ਰਾਪਤੀ ਹੋਈ ਉਹ ਤੇ ਉਹਨੂੰ ਲੁਕਾ ਕੇ ਰੱਖਦੇ ਨੇ। ਇੱਕ ਛੋਟੀ ਜਿਹੀ ਗੱਲ ਹੋਰ ਯਾਦ ਆ ਗਈ। ਸ਼੍ਰੀਮਾਨ ਸੰਤ ਬਾਬਾ ਸੁੰਦਰ ਸਿੰਘ ਜੀ ਪਿੰਡਰਾਂ ਵਾਲੇ ਮਹਾਂਪੁਰਖ, ਉਹਨਾਂ ਤੇ ਬੜੀ ਅਕਾਲ ਪੁਰਖ ਦੀ ਮਿਹਰ ਸੀ। ਇੱਕ ਵਾਰ ਉਹ ਕਿਸੇ ਨਗਰ ਦੇ ਵਿੱਚ ਸ਼ਾਮ ਦਾ ਦੀਵਾਨ ਸਜਿਆ ਸੀ, ਖਲੋ ਕੇ ਕੀਰਤਨ ਕਰ ਰਹੇ ਸਨ ਤੇ ਸ਼ਬਦ ਪੜ੍ਹ ਰਹੇ ਸਨ, ਸਾਜਨੜਾ ਮੇਰਾ ਸਾਜਨੜਾ ਨਿਕਟ ਖਲੋਇੜਾ ਮੇਰਾ ਸਾਜਨੜਾ। ਜਦੋਂ ਇਹ ਸ਼ਬਦ ਬੜੀ ਮਿੱਠੀ ਲੈਅ ਦੇ ਵਿੱਚ ਪੜ੍ਹ ਰਹੇ ਸਨ ਤਾਂ ਇੰਨਾ ਟਿਕਾ ਬਣਿਆ ਹੋਇਆ ਸੀ। ਸੰਗਤ ਵਿੱਚ ਕੋਈ ਅਭਿਆਸੀ ਪੁਰਸ਼ ਬੈਠਾ ਸੀ ਤੇ ਉਹਨੇ ਜਦੋਂ ਸ਼ਬਦ ਸੁਣਿਆ ਉਹਦੀ ਸੁਰਤ ਇੰਨੀ ਇਕਾਗਰ ਹੋਈ ਤੇ ਉਹਨੂੰ ਪਤਾ ਵੀ ਨਹੀਂ ਲੱਗਿਆ। ਇੱਕਦਮ ਸੰਗਤ ਵਿੱਚ ਉੱਠ ਕੇ ਖੜਾ ਹੋਇਆ ਤੇ ਕਹਿਣ ਲੱਗਾ, ਦੇਖੋ ਸੰਗਤ ਜੀ, ਕਲਗੀਧਰ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਆ ਗਏ ਨੇ, ਆਓ ਜੇ ਕਿਸੇ ਨੇ ਦਰਸ਼ਨ ਕਰਨੇ ਤਾਂ ਕਰ ਲਵੋ। ਸਾਰੀ ਸੰਗਤ ਹੈਰਾਨ ਹੈ। ਮਹਾਂਪੁਰਖ ਆਪਣੀ ਮਸਤੀ ਵਿੱਚ ਕੀਰਤਨ ਕਰ ਰਹੇ ਨੇ, ਪਰ ਸੰਗਤਾਂ ਦੇ ਵਿੱਚ ਥੋੜੀ ਜਿਹੀ ਕੁਸਰ ਮੁਸਰ ਸ਼ੁਰੂ ਹੋ ਗਈ। ਕੁਛ ਦੇਰ ਬਾਅਦ ਉਹ ਫਿਰ ਬੋਲਿਆ, ਦੇਖੋ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਰਹੇ ਨੇ ਤੇ ਹੁਣ ਗੁਰੂ ਮਹਾਰਾਜ ਦੀ ਪਰਿਕਰਮਾ ਕਰ ਰਹੇ ਨੇ ਤੇ ਹੁਣ ਗੁਰੂ ਗ੍ਰੰਥ ਸਾਹਿਬ ਨੂੰ ਚੌਰ ਕਰਨ ਲੱਗ ਪਏ ਨੇ। ਇਸ ਤਰ੍ਹਾਂ ਉਹ ਨਾਲ ਦੀ ਨਾਲ ਦੱਸੀ ਗਿਆ। ਫਿਰ ਬਾਅਦ ਵਿੱਚ ਕਹਿਣ ਲੱਗਾ, ਦੇਖੋ ਹੁਣ ਮਹਾਂਪੁਰਖਾਂ ਦੇ ਸੱਜੇ ਪਾਸੇ ਮੋਢੇ ਤੇ ਹੱਥ ਰੱਖ ਕੇ ਖੜੇ ਹੋ ਗਏ ਨੇ, ਆਓ ਜੇ ਕਿਸੇ ਨੇ ਸਤਿਗੁਰੂ ਦੇ ਦਰਸ਼ਨ ਕਰਨੇ ਨੇ, ਉਹ ਮਹਾਂਪੁਰਖਾਂ ਦੇ ਸੱਜੇ ਪਾਸੇ ਸਤਿਗੁਰੂ ਖੜੇ ਨੇ ਤੇ ਤੁਸੀਂ ਦਰਸ਼ਨ ਕਰ ਲਵੋ। ਜਦੋਂ ਇੰਨੀ ਗੱਲ ਆਖੀ ਤੇ ਮਹਾਂਪੁਰਖਾਂ ਦੇ ਕੰਨਾਂ ਦੇ ਵਿੱਚ ਆਵਾਜ਼ ਪਈ। ਉਸੇ ਵੇਲੇ ਨੇਤਰ ਖੋਲੇ, ਕੁਝ ਸੇਵਾਦਾਰਾਂ ਨੂੰ ਆਖਿਆ ਵੀ ਇਉਂ ਜਾਪਦਾ ਹੈ ਜਿਵੇਂ ਇਸ ਸਿੰਘ ਦਾ ਦਿਮਾਗ ਹਿੱਲ ਗਿਆ ਹੋਵੇ, ਇਸ ਨੂੰ ਤੁਸੀਂ ਸੰਗਤ ਵਿੱਚੋਂ ਬਾਹਰ ਲੈ ਜਾਓ। ਮਹਾਂਪੁਰਖਾਂ ਦੇ ਸੇਵਾਦਾਰ ਉੱਠੇ ਔਰ ਉਹਨਾਂ ਨੇ ਉਸ ਸਿੰਘ ਨੂੰ, ਉਸ ਅਭਿਆਸੀ ਪੁਰਸ਼ ਨੂੰ ਬਾਹਾਂ ਤੋਂ ਪਕੜਿਆ, ਦੀਵਾਨ ਤੋਂ ਬਾਹਰ ਲੈ ਗਏ। ਤੇ ਜਦੋਂ ਦੀਵਾਨ ਦੀ ਸਮਾਪਤੀ ਹੋਈ, ਮਹਾਂਪੁਰਖ ਆਪਣੇ ਆਸਣ ਤੇ ਚਲੇ ਗਏ ਤੇ ਉਹ ਸਿੰਘ ਮਹਾਂਪੁਰਖਾਂ ਦੇ ਕੋਲ ਆਇਆ ਤੇ ਆ ਕੇ ਕਹਿਣ ਲੱਗਾ, ਕਹਿੰਦਾ ਮਹਾਰਾਜ ਤੁਸੀਂ ਤੇ ਕਮਾਲ ਕਰ ਦਿੱਤੀ। ਮੈਂ ਤੇ ਹੈਰਾਨ ਹੋਇਆ, ਆਪ ਜੀ ਨੇ ਐਸਾ ਕੀਰਤਨ ਕੀਤਾ ਤੇ ਗੁਰੂ ਮਹਾਰਾਜ ਦੇ ਪ੍ਰਤੱਖ ਦਰਸ਼ਨ ਹੋਣ ਲੱਗ ਪਏ। ਪਰ ਜਦੋਂ ਮੈਂ ਸੱਚ ਆਖ ਰਿਹਾ ਸੀ ਤੇ ਤੁਸੀਂ ਮੈਨੂੰ ਕਮਲਾ ਕਹਿ ਕੇ ਵੀ ਇਹਦਾ ਦਿਮਾਗ ਹਿੱਲ ਗਿਆ ਤੇ ਮੈਨੂੰ ਸੰਗਤ ਤੋਂ ਬਾਹਰ ਕਢਵਾ ਦਿੱਤਾ। ਤੇ ਨਾਲ ਹੀ ਫਿਰ ਕਹਿਣ ਲੱਗਾ, ਕਹਿੰਦਾ ਮੈਂ ਕਿਹੜਾ ਝੂਠ ਬੋਲਿਆ ਸੀ, ਜੋ ਕੁਝ ਮੈਂ ਦੇਖਿਆ ਸੀ ਉਹੀ ਆਖਿਆ ਨਾ, ਤੁਸੀਂ ਮੈਨੂੰ ਕਿਉਂ ਵੀ ਇਹ ਸੰਗਤ ਤੋਂ ਬਾਹਰ ਕਢਵਾ ਦਿੱਤਾ। ਉਸ ਵੇਲੇ ਮਹਾਂਪੁਰਖ ਬੜੀ ਗੰਭੀਰਤਾ ਨਾਲ ਕਹਿਣ ਲੱਗੇ, ਗੁਰਮੁਖਾ
ਵੀ ਜਿਹਦੇ ਮੋਢੇ ਤੇ ਹੱਥ ਰੱਖ ਕੇ ਖੜੇ ਹੋਣਗੇ ਕਿ ਉਹਨੂੰ ਨਹੀਂ ਪਤਾ ਹੋਊਗਾ। ਜਦੋਂ ਉਹ ਕੁਛ ਨਹੀਂ ਦੱਸ ਰਿਹਾ ਸੀ, ਉਹ ਚੁੱਪ ਸੀ, ਉਹ ਮਸਤ ਸੀ, ਤੈਨੂੰ ਕੀ ਰੌਲਾ ਪਾਉਣ ਦੀ ਲੋੜ ਸੀ। ਤੇ ਫਿਰ ਉਹਨੂੰ ਸਮਝ ਆਈ। ਮਹਾਂਪੁਰ ਕਹਿਣ ਲੱਗੇ ਵੀ ਜਿਹਨੂੰ ਪਰਮੇਸ਼ਰ ਮਿਲ ਜਾਂਦਾ ਉਹ ਦੱਸਦਾ ਨਹੀਂ, ਤੇ ਜਿਹੜਾ ਦੱਸਣ ਲੱਗ ਪਵੇ ਤੇ ਫਿਰ ਉਹਦੇ ਕੋਲੇ ਉਹ ਚੀਜ਼ ਰਹਿੰਦੀ ਵੀ ਨਹੀਂ, ਉਹ ਚਲੀ ਜਾਂਦੀ ਹੈ। ਕਈ ਪ੍ਰੇਮੀ ਨਾਮ ਅਭਿਆਸੀ ਕੋਈ ਨਾ ਕੋਈ ਕੌਤਕ ਵਰਤਦਾ ਦੱਸਣ ਲੱਗ ਪੈਂਦੇ ਨੇ, ਤੇ ਫਿਰ ਬਾਅਦ ਵਿੱਚ ਉਹ ਖਤਮ ਹੋ ਜਾਂਦੀ ਕਹਾਣੀ। ਫਿਰ ਉਹ ਤਰਲੇ ਲੈਂਦੇ ਨੇ, ਕਦੇ ਕਿਸੇ ਸਾਧੂ ਕੋਲ ਜਾ ਕੇ ਮਿੰਨਤਾਂ ਕਰਦੇ ਨੇ, ਕਦੇ ਕਿਸੇ ਕੋਲ। ਜੀ ਪਹਿਲਾਂ ਸਾਡਾ ਬੜਾ ਟਿਕਾਅ ਬਣਿਆ ਸੀ, ਬੜਾ ਆਨੰਦ ਬਣਿਆ ਸੀ, ਤੇ ਹੁਣ ਉਹ ਗੱਲ ਨਹੀਂ ਰਹੀ। ਇਹ ਦੱਸਣ ਦੇ ਨਾਲ ਹੀ ਸਾਰਾ ਕੁਝ ਹੁੰਦਾ। ਇਸੇ ਲਈ ਭਗਤ ਜੀ ਕਹਿੰਦੇ ਨੇ ਵੀ ਕਾਹਦੇ ਲਈ ਤੁਸੀਂ ਬਕਵਾਸ ਕਰ ਰਹੇ ਹੋ। ਜਿਨ੍ਹਾਂ ਨੇ ਪਰਮੇਸ਼ਰ ਨੂੰ ਪ੍ਰਾਪਤ ਕੀਤਾ ਹੈ ਉਹ ਉਹਨੂੰ ਹਮੇਸ਼ਾ ਲਈ ਗੁਪਤ ਰੱਖਦੇ ਨੇ। ਕੋਈ ਬੋਲੇ ਨਿਰਵਾ, ਕੋਈ ਬੋਲੇ ਦੂਰ, ਜਲ ਕੀ ਮਾਛਲੀ ਚਰੈ ਖਜੂਰ। ਭਗਤ ਨਾਮਦੇਵ ਜੀ ਫਰਮਾਉਂਦੇ ਨੇ, ਕੋਈ ਇਹ ਗੱਲ ਆਖਦਾ ਹੈ ਪਰਮੇਸ਼ਰ ਨੇੜੇ ਹੈ, ਕੋਈ ਇਹ ਗੱਲ ਆਖਦਾ ਹੈ ਪਰਮੇਸ਼ਰ ਦੂਰ ਹੈ। ਦੋ ਕਿਸਮ ਦੀ ਵਿਚਾਰਧਾਰਾ ਸੰਸਾਰ ਵਿੱਚ ਚੱਲਦੀ ਹੈ। ਜਿਹੜੇ ਧਰਮੀ ਪੁਰਸ਼ ਨੇ ਉਹ ਕਹਿੰਦੇ ਪਰਮੇਸ਼ਰ ਨੇੜੇ ਹੈ, ਤੇ ਜਿਹੜੇ ਪਾਪੀ ਨੇ ਉਹ ਕਹਿੰਦੇ ਕਿਧਰੇ ਦੂਰ ਹੋਵੇਗਾ। ਗਿਆਨਵਾਨ ਪੁਰਸ਼ ਕਹਿੰਦਾ ਵਾਹਿਗੁਰੂ ਨੇੜੇ ਹੈ, ਤੇ ਜਿਹੜਾ ਅਗਿਆਨੀ ਹੈ ਉਹ ਕਹਿੰਦਾ ਕਿਧਰੇ ਰੱਬ ਦੂਰ ਹੋਵੇਗਾ। ਇਉਂ ਕੋਈ ਕਹਿੰਦਾ ਰੱਬ ਨੇੜੇ, ਕੋਈ ਕਹਿੰਦਾ ਪਰਮੇਸ਼ਰ ਦੂਰ ਹੈ। ਪਰ ਭਗਤ ਜੀ ਕਹਿੰਦੇ ਇਹ ਗੱਲ ਤੇ ਇਸ ਤਰ੍ਹਾਂ ਹੈ ਜਿਵੇਂ ਕੋਈ ਇਹ ਗੱਲ ਆਖੇ ਜਲ ਕੀ ਮਾਛਲੀ ਚਰੈ ਖਜੂਰ, ਵੀ ਇਹ ਪਾਣੀ ਦੇ ਵਿੱਚ ਰਹਿਣ ਵਾਲੀ ਮੱਛੀ ਆ ਵੀ ਇਹ ਖਜੂਰ ਤੇ ਚੜ੍ਹ ਸਕਦੀ ਹੈ। ਇਹ ਗੱਲ ਕਦੇ ਮੰਨਣ ਵਿੱਚ ਆਉਂਦੀ ਹੈ? ਜਿਹੜੀ ਮੱਛੀ ਪਾਣੀ ਤੋਂ ਬਾਹਰ ਇੱਕ ਮਿੰਟ ਵੀ ਨਹੀਂ ਰਹਿ ਸਕਦੀ, ਉਹ ਪਾਣੀ ਵਿੱਚੋਂ ਨਿਕਲ ਕੇ ਖਜੂਰ ਦਾ ਦਰਖਤ ਵੀ ਬਹੁਤ ਉੱਚਾ ਹੁੰਦਾ, ਉਹਦੇ ਉੱਤੇ ਕਿਵੇਂ ਚੜ੍ਹ ਸਕਦੀ ਹੈ? ਇਹ ਸਾਰੀਆਂ ਗੱਲਾਂ ਇਸੇ ਤਰ੍ਹਾਂ ਹੀ ਨੇ। ਜਿਵੇਂ ਕਿਸੇ ਸੱਜਣ ਨੇ ਇੱਕ ਉਹ ਗੱਲ ਸੁਣਾਈ, ਕਹਿੰਦੇ ਵੀ ਉਹ ਅਮਲੀ ਬੈਠੇ ਸਨ, ਅਮਲੀਆਂ ਦੀ ਸਭਾ ਸੀ, ਤੇ ਉਹ ਸਮੁੰਦਰ ਦੇ ਕਿਨਾਰੇ ਬੈਠੇ ਸਨ। ਇੱਕ ਅਮਲੀ ਬੋਲਿਆ, ਕਹਿਣ ਲੱਗਾ ਜੇ ਸਮੁੰਦਰ ਨੂੰ ਅੱਗ ਲੱਗ ਜਾਵੇ ਤੇ ਮੱਛੀਆਂ ਕਿੱਥੇ ਜਾਣਗੀਆਂ? ਤੇ ਦੂਸਰਾ ਅਮਲੀ ਕਹਿਣ ਲੱਗਾ, ਕਹਿੰਦਾ ਆਹ ਜਿਹੜੇ ਦਰਖਤ ਨੇ ਉਹ ਭੱਜ ਕੇ ਇਹਨਾਂ ਦੇ ਚੜ੍ਹ ਜਾਣਗੀਆਂ। ਤੀਸਰਾ ਕਹਿੰਦਾ ਉਹ ਕਿਤੇ ਮੱਝਾਂ ਗਾਈਆਂ ਵੀ ਉਹ ਇਹਨਾਂ ਤੇ ਚੜ੍ਹ ਜਾਣਗੀਆਂ। ਭਾਵ ਉਹਨਾਂ ਦੀਆਂ ਗੱਲਾਂ ਬੇਥਵੀਆਂ ਹੁੰਦੀਆਂ। ਭਗਤ ਜੀ ਵੀ ਇੱਥੇ ਇਹੀ ਗੱਲ ਕਹਿੰਦੇ ਨੇ ਬਈ ਕੋਈ ਰੱਬ ਨੂੰ ਨੇੜੇ ਕਹਿੰਦਾ, ਕੋਈ ਦੂਰ ਕਹਿੰਦਾ। ਇਹ ਤੇ ਇਸੇ ਤਰ੍ਹਾਂ ਦੀ ਗੱਲ ਹੈ ਜਿਵੇਂ ਕੋਈ ਆਕੇ ਪਾਣੀ ਦੀ ਮੱਛੀ ਖਜੂਰ ਤੇ ਵੀ ਚੜ੍ਹ ਸਕਦੀ ਹੈ। ਗੱਲਾਂ ਝੂਠੇ ਟੇਵੇ ਲਾਉਣੇ ਬਿਲਕੁਲ ਗਲਤ ਹਨ। ਕਾਇ ਰੇ ਬਕਬਾਦ ਲਾਇਓ, ਜਿਨ ਹਰ ਪਾਇਓ ਤਿਨੈ ਛਪਾਇਓ ਰਹਾਓ। ਚਲੋ ਭਗਤ ਜੀ ਕਹਿੰਦੇ ਨੇ, ਪੰਡਤ ਨੂੰ ਕਹਿੰਦੇ ਨੇ, ਤੂੰ ਕਾਹਦੇ ਵਾਸਤੇ ਬਕਵਾਸ ਸ਼ੁਰੂ ਕੀਤਾ ਹੈ? ਜਿਨ੍ਹਾਂ ਨੇ ਪਰਮੇਸ਼ਰ ਨੂੰ ਪ੍ਰਾਪਤ ਕੀਤਾ ਹਮੇਸ਼ਾ ਲਈ ਉਹ ਛੁਪਾ ਕੇ ਰੱਖਦੇ ਹਨ। ਪੰਡਤ ਹੋਏ ਕੈ ਵੇਦ ਬਖਾਨੈ, ਮੂਰਖ ਨਾਮ ਦਿਓ ਰਾਮੈ ਜਾਣੈ। ਰਹਾਉ ਵਿਸਰਾਮ ਦੇ ਕੇ ਭਗਤ ਜੀ ਕਹਿੰਦੇ ਨੇ, ਤੂੰ ਤਾਂ ਪੰਡਤ ਹੋ ਕੇ ਵੇਦ ਉਚਾਰਨ ਕਰ ਰਿਹਾ ਹੈ ਭਈ ਵੇਦਾਂ ਵਿੱਚ ਆਹ ਲਿਖਿਆ ਹੋਇਆ ਹੈ, ਆਹ ਲਿਖਿਆ ਹੋਇਆ ਹੈ। ਮੂਰਖ ਨਾਮਦੇਵ ਰਾਮਹਿ ਜਾਣੈ। ਪਰ ਨਾਮਦੇਵ ਤੇ ਮੂਰਖ ਹੈ, ਇਹ ਅਨਪੜ੍ਹ ਹੈ, ਇਹਨੇ ਵੇਦ ਨਹੀਂ ਪੜ੍ਹੇ, ਧਰਮ ਗ੍ਰੰਥ ਨਹੀਂ ਪੜ੍ਹੇ। ਇਹ ਮੂਰਖ ਨਾਮਦੇਵ ਤਾਂ ਕੇਵਲ ਵਾਹਿਗੁਰੂ ਪਰਮੇਸ਼ਰ ਨੂੰ ਜਾਣਦਾ। ਮੈਨੂੰ ਉਸ ਰੱਬ ਦਾ ਗਿਆਨ ਪ੍ਰਾਪਤ ਹੋਇਆ ਹੋਇਆ, ਤੈਨੂੰ ਤੇ ਵੇਦਾਂ ਦਾ ਪਤਾ ਹੈ ਤੇ ਮੈਨੂੰ ਰੱਬ ਦਾ ਅਸਲੀ ਗਿਆਨ ਪ੍ਰਾਪਤ ਹੋਇਆ ਹੈ। ਅਸਲੀ ਤੇ ਕਿਤਾਬੀ ਗਿਆਨ ਦੇ ਵਿੱਚ ਬੜਾ ਅੰਤਰ ਹੁੰਦਾ ਹੈ। ਕੌਣ ਕੋ ਕਲੰਕ ਰਹਿਓ ਰਾਮ ਨਾਮ ਲੇਤ ਹੀ, ਪਤਤ ਪਵਤ ਭਏ ਰਾਮ ਕਹਿਤ ਹੀ ਰਹਾਓ। ਲੋ ਭਗਤ ਜੀ ਕਹਿੰਦੇ ਨੇ ਵੀ ਵਾਹਿਗੁਰੂ ਦੇ ਹੁਣ ਨਾਮ ਦੀ ਮਹਿਮਾ ਉਚਾਰਨ ਕਰਦੇ ਹਨ। ਗੁਰਮੁਖੋ ਵੀ ਜਿਸਨੇ ਵਾਹਿਗੁਰੂ ਦਾ ਨਾਮ ਜਪਿਆ ਹੈ, ਕੌਣ ਕੋ ਕਲੰਕ ਰਹਿਓ ਰਾਮ ਨਾਮ ਲੇਤ ਹੀ, ਵੀ ਦੱਸੋ ਜਿਸਨੇ ਵਾਹਿਗੁਰੂ ਦਾ ਨਾਮ ਜਪਿਆ ਹੈ ਕਿਹਦਾ ਕਲੰਕ ਰਹਿ ਗਿਆ ਹੈ? ਭਾਵ ਕਿਹਦੇ ਉੱਤੇ ਕੋਈ ਕਲੰਕ ਲੱਗਿਆ ਰਹਿ ਗਿਆ ਹੈ? ਜਿਹੜੇ ਵੱਡੇ ਵੱਡੇ ਪਾਪੀ ਸਨ, ਅਜਾਮਲ ਵਰਗੇ, ਗਨਕਾ ਵਰਗੇ, ਦਸ਼ਰਥ ਰਾਜੇ ਨੇ ਸਰਵਣ ਪੁੱਤ ਨੂੰ ਮਾਰ ਦਿੱਤਾ, ਉਹਦੇ ਮਾਤਾ ਪਿਤਾ ਵੀ ਮਰ ਗਏ, ਉਹਦੇ ਹੱਤਿਆ ਦਾ ਦੋਸ਼ ਸਿਰ ਚੜਿਆ, ਪਰ ਉਹਨੇ ਪਰਮੇਸ਼ਰ ਦਾ ਨਾਮ ਜਪਿਆ ਸੀ। ਗੱਲ ਕੀ, ਜਿੰਨੇ ਪਾਪੀ ਹੋਏ ਨੇ, ਜਿਨ੍ਹਾਂ ਨੇ ਵਾਹਿਗੁਰੂ ਦਾ ਨਾਮ ਜਪਿਆ ਹੈ, ਦੱਸੋ ਫਿਰ ਕਿਹਦਾ ਕਲੰਕ ਰਿਹਾ ਹੈ? ਸਾਰਿਆਂ ਦੇ ਕਲੰਕ ਧੋਤੇ ਗਏ, ਸਾਰਿਆਂ ਦੇ ਪਾਪ ਧੋਤੇ ਗਏ। ਜਿਨ੍ਹਾਂ ਨੇ ਨਾਮ ਜਪਿਆ ਵੱਡੇ ਵੱਡੇ ਪਾਪੀ ਪਵਿੱਤਰ ਹੋ ਗਏ। ਰਾਮ ਸੰਗ ਨਾਮ ਦੇਵ ਜਨ ਕੋ ਪ੍ਰਤਗਿਆ ਆਈ। ਸਾਹਿਬ ਸਤਿਗੁਰੂ
ਭਗਤ ਨਾਮਦੇਵ ਜੀ ਫਰਮਾਉਂਦੇ ਨੇ, ਪਤਿਤ ਪਵਿੱਤ ਪਏ RAM ਕਹਿਤੀ। ਵੇਖ ਲੋ, ਵਾਹਿਗੁਰੂ ਦਾ ਨਾਮ ਉਚਾਰਨ ਕਰਦਿਆਂ ਸਾਰ ਹੀ ਵੱਡੇ ਵੱਡੇ ਪਾਪੀ ਪਵਿੱਤਰ ਹੋ ਗਏ। ਦੱਸੋ, ਵਾਹਿਗੁਰੂ ਦਾ ਨਾਮ ਜਪਦਿਆਂ ਕਿਹਦਾ ਕਲੰਕ ਰਿਹਾ ਹੈ? ਕਿਸੇ ਦਾ ਕਲੰਕ ਨਹੀਂ ਰਿਹਾ। RAM ਸੰਗ ਨਾਮਦੇਵ ਜਨ ਕੋ ਪ੍ਰਤੱਗਿਆ ਆਈ। ਨਾਮਦੇਵ ਭਗਤ ਜੀ ਫਰਮਾਉਂਦੇ ਨੇ, ਮੈਨੂੰ ਦਾਸ ਨੂੰ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਪ੍ਰਤੱਗਿਆ ਆਈ ਦਾ ਅਰਥ ਵੀ ਪ੍ਰਤੀਤ ਆ ਗਈ ਹੈ। ਮੈਨੂੰ ਤੇ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਨਾਲ ਪ੍ਰਤੀਤ ਆ ਗਈ ਹੈ। ਨਾਮ ਤੇ ਭਰੋਸਾ ਬੱਝ ਗਿਆ ਹੈ। ਇਕਾਦਸ਼ੀ ਬ੍ਰਤ ਰਹਿ ਕਾਹੇ ਕੋ ਤੀਰਥ ਜਾਈ। ਹੁਣ ਤੇ ਸਾਡਾ ਇਕਾਦਸ਼ੀ ਦਾ ਵਰਤ ਵੀ ਰਹਿ ਗਿਆ, ਕਿਉਂਕਿ ਨਾਮ ਦੇ ਨਾਲ ਜੁੜ ਗਏ ਹਾਂ। ਕਾਹੇ ਕੋ ਤੀਰਥ ਜਾਈ, ਤੀਰਥਾਂ ਤੇ ਜਾਣਾ ਵੀ ਸਾਡਾ ਮੁੱਕ ਗਿਆ। ਕਾਹਦੇ ਲਈ ਤੀਰਥਾਂ ਤੇ ਜਾਣਾ? ਕਿਉਂਕਿ ਸਭ ਤੋਂ ਵੱਡਾ ਤੀਰਥ ਤੇ ਨਾਮ ਹੈ। ਤੀਰਥ ਨਾਵਣ ਜਾਓ, ਤੀਰਥ ਨਾਮ ਹੈ। ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਸਾਡਾ ਇਕਾਦਸ਼ੀ ਦਾ ਵਰਤ ਵੀ ਰਹਿ ਗਿਆ ਹੈ ਤੇ ਤੀਰਥਾਂ ਤੇ ਜਾਣਾ ਵੀ ਸਾਡਾ ਖਤਮ ਹੋ ਗਿਆ। ਭਗਤ ਨਾਮ ਦਿਓ ਸੁਕ੍ਰਿਤ ਸੁਮਤ ਭਏ, ਗੁਰਮਤਿ RAM ਕਹੇ ਕੋ ਨਾ ਬੈਕੁੰਠ ਗਏ। ਲੋ, ਭਗਤ ਨਾਮਦੇਵ ਜੀ ਕਹਿੰਦੇ ਨੇ, ਸੁਕਿਰਤ ਸੁਮਤ ਪਏ। ਅਸੀਂ ਤੇ ਸ੍ਰੇਸ਼ਟ ਪੁੰਨ ਰੂਪ ਕਰਮ ਕਰਕੇ ਸਮਤ ਪਏ, ਸ੍ਰੇਸ਼ਟ ਮਤ ਵਾਲੇ ਹੋ ਗਏ ਹਾਂ। ਭਾਵ ਅਸੀਂ ਕੋਈ ਪੁੰਨ ਕਰਮ ਕੀਤਾ ਸੀ, ਜਿਸ ਦਾ ਸਦਕਾ ਸਾਨੂੰ ਸ੍ਰੇਸ਼ਟ ਮਤ, ਸ੍ਰੇਸ਼ਟ ਬੁੱਧੀ ਪ੍ਰਾਪਤ ਹੋ ਗਈ। ਗੁਰਮਤਿ RAM ਕਹੇ ਕੋ ਨਾ ਬੈਕੁੰਠ ਗਏ। ਜਿਸ ਨੇ ਗੁਰਮਤਿ ਨੂੰ ਧਾਰਨ ਕਰਕੇ ਵਾਹਿਗੁਰੂ ਦੇ ਨਾਮ ਨੂੰ ਜਪਿਆ ਹੈ, ਦੱਸੋ ਕਿਹੜੇ ਕਿਹੜੇ ਬੈਕੁੰਠ ਵਿੱਚ ਨਹੀਂ ਗਏ। ਇਹਦਾ ਮਤਲਬ ਇਹ ਹੈ, ਜਿਨ੍ਹਾਂ ਨੇ ਗੁਰਮਤਿ ਦੁਆਰਾ ਨਾਮ ਜਪਿਆ ਉਹ ਸਾਰੇ ਦੇ ਸਾਰੇ ਬੈਕੁੰਠ ਨੂੰ ਚਲੇ ਗਏ। ਤੀਨ ਛੰਦੇ ਖੇਲ ਆਛੈ ਰਹਾਉ। ਲਓ, ਹੁਣ ਅੱਗੇ ਭਗਤ ਨਾਮਦੇਵ ਜੀ ਦਾ ਸ਼ਬਦ ਆ ਰਿਹਾ ਹੈ। ਇਸ ਅਗਲੇ ਸ਼ਬਦ ਦੇ ਵਿੱਚ ਭਗਤ ਜੀ ਨੇ ਬਈ 3 ਛੰਦਾਂ ਦੇ ਵਿੱਚ ਵੀ ਇੱਕ ਅਜੀਬ ਖੇਲ ਦਾ ਵਰਣਨ ਕੀਤਾ ਹੈ। 3 ਛੰਦੇ ਖੇਲ ਆਸ਼ੈ, ਵੀ 3 ਛੰਦਾਂ ਦੇ ਵਿੱਚ ਇਹ ਸ਼ਬਦ ਦੇ ਵੈਸੇ ਤਾਂ 4 ਬੰਦ ਨੇ, ਪਰ ਉਹਦੇ ਵਿੱਚ ਜਿਹੜੇ 3 ਨੇ ਨਾ, ਉਹ 3 ਛੰਦਾਂ ਦੇ ਵਿੱਚ ਇੱਕ ਬੜਾ ਸੁੰਦਰ ਵੀ ਇਹ ਖੇਲ, ਇਹ ਸ਼ਬਦਾਵਲੀ ਦਾ ਖੇਲ, ਕੋਈ ਯਮਕ ਅਲੰਕਾਰਾਂ ਦਾ, ਅਨੁਪ੍ਰਾਸਾਂ ਦੇ ਮੇਲ ਦਾ ਖੇਲ ਇਹਦੇ ਵਿੱਚ ਬੜਾ ਸੁੰਦਰ ਭਗਤ ਜੀ ਨੇ ਦਰਸਾਇਆ ਹੈ। ਇਸ ਸ਼ਬਦ ਦੇ ਜਿਹੜੇ ਅਰਥ ਕਰਨ ਲੱਗਿਆਂ ਵਿਦਵਾਨ ਕਈ ਤਰ੍ਹਾਂ ਦੇ ਖਿਆਲ ਵੱਖੋ ਵੱਖਰੇ ਪ੍ਰਗਟਾਉਂਦੇ ਰਹੇ ਹਨ। 3 ਛੰਦੇ ਖੇਲ ਆਛੈ, ਵੀ ਇਹਦਾ ਮੁੱਖ ਭਾਵ ਇਹ ਹੈ ਵੀ ਇਹ ਸ਼ਬਦ ਦੇ ਵਿੱਚ 3 ਛੰਦਾਂ ਦੇ ਵਿੱਚ ਵੀ ਇਹ ਅਨੁਪ੍ਰਾਸਾਂ ਦਾ ਤੇ ਜਿਹੜੇ ਕਾਵਕ ਅਲੰਕਾਰ ਨੇ, ਸੋਹਣੇ ਅਨੁਪ੍ਰਾਸ ਨੇ, ਕਾਫੀਏ ਨੇ, ਉਹਦਾ ਬੜਾ ਸੁੰਦਰ ਖੇਲ ਅਸਾਂ ਰਚਿਆ ਹੈ, ਦਰਸਾਇਆ ਹੈ। ਲੋ, ਆਪ ਸੰਗਤਾਂ ਉਹਦੇ ਬਾਰੇ ਅੱਗੇ ਸਰਵਣ ਕਰੋ। ਕੁੰਭਾਰ ਕੇ ਕਰ ਹਾਂਡੀ ਆਛੈ, ਰਾਜਾ ਕੇ ਕਰ ਸਾਂਡੀ ਗੋ। ਰਹਾਉ ਵਿਸਰਾਮ ਦੇ ਕੇ ਭਗਤ ਜੀ ਕਹਿੰਦੇ ਨੇ, ਜਿਵੇਂ ਆਹ ਚੀਜ਼ਾਂ ਬਈ ਆਪੋ ਆਪਣੇ ਟਿਕਾਣਿਆਂ ਤੇ ਸੋਭਾ ਪਾਉਂਦੀਆਂ ਨੇ, ਅਖੀਰ ਦੇ ਉੱਤੇ ਸਿਧਾਂਤ ਇਹ ਕੱਢਿਆ ਹੈ ਬਈ ਸਾਡੇ ਹਿਰਦੇ ਵਿੱਚ ਪਰਮੇਸ਼ਰ ਵਸ ਰਿਹਾ ਹੈ। ਕੁੰਭਾਰ ਕੇ ਕਰ ਹਾਂਡੀ ਆਛੈ, ਘੁਮਿਆਰ ਦੇ ਘਰ ਦੇ ਵਿੱਚ ਜਿਹੜੀ ਹਾਂਡੀ ਹੈ ਉਹ ਬੜੀ ਸੋਹਣੀ ਫੱਬਦੀ ਹੈ। ਜੇ ਘੁਮਿਆਰ ਦੇ ਘਰ ਹਾਂਡੀ ਨਾ ਹੋਵੇ ਤੇ ਫਿਰ ਉਹਨੂੰ ਕੋਈ ਘੁਮਿਆਰ ਦਾ ਪਤਾ ਨਹੀਂ ਲੱਗ ਸਕਦਾ। ਘੁਮਿਆਰ ਦੇ ਘਰ ਹਾਂਡੀ ਜਿਹੜੀ ਹੈ ਉਹ ਮਿੱਟੀ ਦੀ ਬਣੀ ਹੋਈ ਹਾਂਡੀ, ਉਹ ਬੜੀ ਅੱਛੀ ਫੱਬਦੀ ਹੈ। ਰਾਜਾ ਕੇ ਘਰ ਸਾਂਡੀ ਗੋ, ਤੇ ਰਾਜੇ ਦੇ ਘਰ ਦੇ ਵਿੱਚ ਸਾਂਡੀ ਦਾ ਅਰਥ ਹੈ ਵੀ ਜਿਹੜੀ ਹਾਥੀਆਂ ਦੀ ਫੌਜ ਹੈ ਉਹ ਬੜੀ ਅੱਛੀ ਲੱਗਦੀ ਹੈ। ਘੁਮਿਆਰ ਦੇ ਘਰ ਹਾਂਡੀ ਤੇ ਰਾਜੇ ਦੇ ਘਰੇ ਸਾਂਢੀ ਦਾ ਅਰਥ ਵੀ ਇੱਥੇ ਹਾਥੀਆਂ ਦੀ ਫੌਜ ਵੀ ਕੀਤਾ ਹੈ ਤੇ ਦੂਸਰਾ ਸਾਂਢੀ ਦਾ ਅਰਥ ਊਠਾਂ ਦੀ ਫੌਜ ਵੀ ਕੀਤਾ। ਸਾਂਢਣੀ ਊਠਣੀ ਨੂੰ ਕਹਿੰਦੇ ਨੇ, ਕਿਉਂਕਿ ਮਾਰੂ ਥਲਾਂ ਦੇ ਵਿੱਚ ਜਿੱਥੇ ਹਾਥੀ ਵੀ ਨਹੀਂ ਜਾ ਸਕਦੇ ਉੱਥੇ ਊਠ ਭਾਰ ਬਰਦਾਰੀ ਦਾ ਕੰਮ ਕਰਦੇ ਸਨ। ਸੋ ਰਹੋ ਵਿਚਾਰ, ਜਿਵੇਂ ਘੁਮਿਆਰ ਦੇ ਘਰ ਹਾਂਡੀ ਸੋਹਣੀ ਲੱਗਦੀ ਹੈ ਤੇ ਰਾਜੇ ਦੇ ਘਰ ਦੇ ਵਿੱਚ ਹਾਥੀਆਂ ਦੀ ਜਾਂ ਊਠਣੀਆਂ ਦੀ ਫੌਜ ਬੜੀ ਅੱਛੀ ਲੱਗਦੀ ਹੈ। ਬਾਮਨ ਕੇ ਕਰ ਰਾਂਡੀ ਆਛੈ, ਰਾਂਡੀ ਸਾਂਡੀ ਹਾਂਡੀ ਗੋ। ਤੇ ਬ੍ਰਾਹਮਣ ਦੇ ਘਰ ਦੇ ਵਿੱਚ ਰਾਂਡੀ ਦਾ ਅਰਥ ਹੈ ਵੀ ਜਿਹੜੀ ਵਿਧਵਾ ਉਹ ਅੱਛੀ ਲੱਗਦੀ ਹੈ, ਕਿਉਂਕਿ ਇਹ ਵੀ ਇੱਕ ਪੁਰਾਣਾ ਰਿਵਾਜ ਹੁੰਦਾ ਸੀ। ਜਿਹੜੀਆਂ ਹੋਰ ਜਾਤਾਂ ਦੀਆਂ ਇਸਤਰੀਆਂ ਜੇ ਵਿਧਵਾ ਹੋ ਜਾਣ ਤਾਂ ਉਹਨਾਂ ਨੂੰ ਦੂਸਰਾ ਵਿਆਹ ਕਰਾਉਣ ਦੀ ਇਜਾਜ਼ਤ ਹੁੰਦੀ ਸੀ,
ਪਰ ਜੇ ਕਿਸੇ ਬ੍ਰਾਹਮਣ ਦੇ ਘਰ ਵਾਲੀ ਰੰਡੀ ਹੋ ਜਾਵੇ ਉਹਨੂੰ ਵਿਆਹ ਕਰਵਾਉਣ ਦੀ ਆਗਿਆ ਨਹੀਂ ਸੀ ਦਿੱਤੀ ਗਈ। ਇਸੇ ਲਈ ਜਿਹੜੀ ਬ੍ਰਾਹਮਣ ਦੇ ਘਰ ਦੇ ਵਿੱਚ ਜਿਹੜੀ ਰਾਂਡੀ ਵਿਧਵਾ ਇਸਤਰੀ ਹੈ ਤੇ ਉਹਨੂੰ ਅੱਛਾ ਗਿਣਿਆ ਜਾਂਦਾ ਸੀ। ਬਾਹਮਣ ਕੀ ਕਰ ਰਾਂਡੀ ਆਸ਼ਾ, ਜਿਵੇਂ ਬਾਹਮਣ ਦੇ ਘਰ ਦੇ ਵਿੱਚ ਕੋਈ ਰੰਡੀ ਵਿਧਵਾ ਇਸਤਰੀ ਨੂੰ ਅੱਛਾ ਗਿਣਿਆ ਜਾਂਦਾ ਹੈ। ਤੇ ਜਾਂ ਦੂਸਰਾ ਰਾਂਡੀ ਦਾ ਅਰਥ ਕੁਛ ਵਿਦਵਾਨਾਂ ਨੇ ਇਹ ਵੀ ਕੀਤਾ ਹੈ, ਬ੍ਰਾਹਮਣ ਦੇ ਘਰ ਦੇ ਵਿੱਚ ਰਾਂਡੀ ਦਾ ਅਰਥ ਪੱਤਰੀ, ਜਿਹੜੀ ਉਹ ਜਿਵੇਂ ਬ੍ਰਾਹਮਣਾਂ ਦੇ ਕੋਲ ਉਹ ਇੱਕ ਪੱਤਰੀ ਹੁੰਦੀ ਹੈ ਜਿਹਦੇ ਨਾਲ ਟੇਵੇ ਲਾ ਕੇ ਲੋਕਾਂ ਨੂੰ ਦੱਸਦੇ ਨੇ, ਜਿਵੇਂ ਬਾਹਮਣ ਦੇ ਘਰ ਦੇ ਵਿੱਚ ਪੱਤਰੀ ਬੜੀ ਸੋਹਣੀ ਲੱਗਦੀ ਹੈ। ਤੀਸਰਾ ਰਾਂਡੀ ਦਾ ਅਰਥ ਵਿਦਵਾਨਾਂ ਨੇ ਇਹ ਵੀ ਕੀਤਾ ਹੈ ਵੀ ਜਿਵੇਂ ਬ੍ਰਾਹਮਣ ਦੇ ਘਰ ਦੇ ਵਿੱਚ ਵੇਦ ਰਿਚਾਂ ਦਾ ਸਮੂਹ, ਰਾਂਡੀ ਦਾ ਅਰਥ ਵੀ ਵੇਦਾਂ ਦੀਆਂ ਰਿਚਾਂ ਦਾ ਸਮੂਹ, ਉਹ ਚੰਗਾ ਲੱਗਦਾ ਹੈ। ਇਸੇ ਤਰ੍ਹਾਂ ਰਾਂਡੀ ਸਾਂਡੀ ਹਾਂਡੀ ਕੋ, ਇਹ ਇੱਕ ਅਜੀਬ ਖੇਲ ਹੈ ਅਨੁਪ੍ਰਾਸਾਂ ਦਾ। ਰਾਂਡੀ ਬ੍ਰਾਹਮਣ ਦੇ ਘਰ ਰੰਡੀ ਤੇ ਰਾਜੇ ਦੇ ਘਰ ਸਾਂਢੀ, ਸਾਂਢਣੀ ਊਠਣੀ ਤੇ ਘੁਮਿਆਰ ਦੇ ਘਰ ਹਾਂਡੀ ਬੜੀ ਅੱਛੀ ਲੱਗਦੀ ਹੈ। ਬਾਣੀਏ ਕੇ ਕਰ ਹੀਂਗ ਆਛੈ, ਪੈਸਰ ਮਾਥੈ ਸਿੰਗ ਗੋ। ਲੋ ਭਗਤ ਜੀ ਫਰਮਾਉਂਦੇ ਨੇ ਬਾਣੀਏ ਦੇ ਘਰ ਦੇ ਵਿੱਚ ਹਿੰਗ ਉਹ ਬੜੀ ਅੱਛੀ ਲੱਗਦੀ ਹੈ, ਕਿਉਂਕਿ ਬਾਣੀਆ ਇੱਕ ਦੁਕਾਨਦਾਰ ਹੁੰਦਾ ਹੈ। ਬਾਣੀਏ ਅਕਸਰ ਹੋਰ ਚਾਹੇ ਕੋਈ ਚੀਜ਼ ਹੋਵੇ ਨਾ ਹੋਵੇ ਪਰ ਹਿੰਗ ਰੱਖਦੇ ਨੇ। ਜਿਵੇਂ ਬਾਣੀਏ ਦੇ ਘਰ ਦੇ ਵਿੱਚ ਹਿੰਗ ਬੜੀ ਅੱਛੀ ਲੱਗਦੀ ਹੈ। ਪੈਸਰ ਮਾਥੈ ਸਿੰਗ, ਉਹ ਜਿਹੜਾ ਪੈਸਰ ਝੋਟਾ ਹੈ, ਸਾਨ ਹੈ, ਉਹਦੇ ਮੱਥੇ ਤੇ ਸਿੰਘ ਬੜੇ ਅੱਛੇ ਲੱਗਦੇ ਹਨ। ਦੇਵਲ ਮਦੇ ਲੀਗ ਆਛੈ, ਲੀਗ ਸੀਗ ਹੀਗ ਗੋ। ਲੋ ਦੇਵਲ ਦਾ ਅਰਥ ਹੈ ਸ਼ਿਵ ਦੁਆਲਾ। ਸ਼ਿਵ ਦੁਆਲੇ ਦੇ ਵਿੱਚ ਜਿਵੇਂ ਸ਼ਿਵ ਜੀ ਦਾ ਕੋਈ ਮੰਦਿਰ ਹੋਵੇ, ਉੱਥੇ ਲੀਂਗ ਦਾ ਅਰਥ ਹੈ ਸ਼ਿਵਲਿੰਗ, ਉਹ ਬੜਾ ਅੱਛਾ ਲੱਗਦਾ ਹੈ। ਜਿਵੇਂ ਹੁਣ ਵੀ ਕਈ ਲੋਕ ਉੱਥੇ ਕਸ਼ਮੀਰ ਵਿੱਚ ਅਮਰਨਾਥ ਦੀ ਯਾਤਰਾ ਕਰਨ ਜਾਂਦੇ ਨੇ ਔਰ ਕਹਿੰਦੇ ਨੇ ਉੱਥੇ ਬਰਫ਼ ਦਾ ਸ਼ਿਵਲਿੰਗ ਬਣਿਆ, ਉਹਨੂੰ ਦੇਖਣ ਜਾਂਦੇ ਨੇ। ਜਿਵੇਂ ਸ਼ਿਵ ਦੁਆਲੇ ਦੇ ਵਿੱਚ ਸ਼ਿਵਲਿੰਗ ਬੜਾ ਅੱਛਾ ਲੱਗਦਾ ਹੈ। ਲੀਂਗ ਸਿੰਗ ਹੀਂਗੋ, ਇਹ ਦੇਖ ਲਓ ਕਿੰਨਾ ਸੋਹਣਾ ਅਨੁਪ੍ਰਾਸ ਇੱਕੋ ਜਿਹੇ ਸ਼ਬਦਾਂ ਦਾ ਜੋੜਿਆ ਹੈ ਵੀ ਸ਼ਿਵ ਦੁਆਲੇ ਵਿੱਚ ਸ਼ਿਵਲਿੰਗ ਤੇ ਇਸੇ ਤਰ੍ਹਾਂ ਝੋਟੇ ਦੇ ਸਿਰ ਵਿੱਚ ਸਿੰਘ ਤੇ ਬਾਣੀਏ ਦੇ ਘਰ ਦੇ ਵਿੱਚ ਹੀਂਗ ਦਾ ਅਰਥ ਹੈ ਹਿੰਗ, ਉਹ ਬੜੀ ਅੱਛੀ ਲੱਗਦੀ ਹੈ। ਤੇਲੀ ਕਹਿ ਕਰ ਤੇਲ ਆਛੈ, ਜੰਗਲ ਮਦੇ ਬੇਲ ਗੋ। ਲੋ ਭਗਤ ਜੀ ਫਰਮਾਉਂਦੇ ਨੇ ਤਿੰਨ ਛੰਦਾਂ ਦਾ ਖੇਲਾ, ਹੁਣ ਤੀਸਰਾ ਛੰਦ ਸ਼ੁਰੂ ਹੋ ਰਿਹਾ ਹੈ। ਤੇਲੀ ਦੇ ਘਰ ਦੇ ਵਿੱਚ ਜੇ ਤੇਲ ਦਾ ਕੁੱਪਾ ਭਰਿਆ ਹੋਵੇ ਉਹ ਬੜਾ ਚੰਗਾ ਲੱਗਦਾ ਹੈ। ਜੰਗਲ ਮੱਧੇ ਬੇਲ ਗੋ, ਜੰਗਲ ਦੇ ਵਿੱਚ ਜੇ ਉਹ ਵੇਲਾਂ ਹੋਣ, ਤਾਜ਼ੀਆਂ ਵੇਲਾਂ, ਹਰੀਆਂ ਹਰੀਆਂ ਵੇਲਾਂ ਚੜੀਆਂ ਹੋਣ ਦਰਖਤਾਂ ਤੇ, ਉਹ ਜੰਗਲ ਬੜਾ ਸੋਹਣਾ ਲੱਗਦਾ ਹੈ। ਮਾਲੀ ਕੇ ਘਰ ਕੇਲ ਆਛੈ, ਕੇਲ ਬੇਲ ਤੇਲ ਗੋ। ਬਈ ਮਾਲੀ ਦੇ ਘਰ ਦੇ ਵਿੱਚ ਕੇਲਾ ਬੜਾ ਚੰਗਾ ਲੱਗਦਾ ਹੈ। ਦੇਖ ਲਓ ਮਾਲੀ ਦੇ ਘਰ ਕੇਲਾ ਤੇ ਜੰਗਲ ਦੇ ਵਿੱਚ ਬੇਲਾਂ ਤੇ ਤੇਲੀ ਦੇ ਘਰ ਦੇ ਵਿੱਚ ਤੇਲ ਬੜਾ ਅੱਛਾ ਲੱਗਦਾ ਹੈ। ਭਾਵੇਂ ਸਾਰੀਆਂ ਚੀਜ਼ਾਂ ਆਪੋ ਆਪਣੇ ਥਾਵਾਂ ਤੇ ਯੋਗ ਥਾਵਾਂ ਤੇ ਸ਼ੋਭਾ ਪਾਉਂਦੀਆਂ ਹਨ। ਸੰਤਾ ਮਦੇ ਗੋਬਿੰਦ ਆਛੈ, ਗੋਕਲ ਮਦੇ ਸ਼ਿਆਮ ਗੋ। ਲੋ ਹੁਣ ਅੱਗੇ ਦਾਰਸ਼ਟਾਂਤ ਦੇ ਕੇ ਭਗਤ ਜੀ ਅਖੀਰ ਤੇ ਸ਼ਬਦ ਸੰਪੂਰਨ ਕਰਦੇ ਨੇ ਵੀ ਸੰਤਾਂ ਦੇ ਵਿੱਚ ਗੋਬਿੰਦ ਆਛੈ, ਸੰਤਾਂ ਦੇ ਵਿੱਚ ਗੋਬਿੰਦ ਦਾ ਨਾਮ ਬੜਾ ਅੱਛਾ ਲੱਗਦਾ ਹੈ। ਗੋਕਲ ਮੱਧੇ ਸ਼ਿਆਮ ਗੋ, ਤੇ ਗੋਕਲ ਇੱਕ ਕਸਬਾ ਹੈ ਜਿੱਥੇ ਕ੍ਰਿਸ਼ਨ ਜੀ ਨੇ ਉੱਥੇ ਲੀਲਾ ਕੀਤੀ ਸੀ। ਜਿਵੇਂ ਗੋਕਲ ਦੇ ਵਿੱਚ ਵੀ ਬਿੰਦਰਾਬਨ ਦੇ ਵਿੱਚ ਕ੍ਰਿਸ਼ਨ ਜੀ ਉਹ ਸ਼ੋਭਾ ਪਾਉਂਦੇ ਸਨ। ਨਾਮੇ ਮਦੇ ਰਾਮ ਆਛੈ, ਰਾਮ ਸ਼ਿਆਮ ਗੋਬਿੰਦ ਗੋ। ਭਗਤ ਨਾਮਦੇਵ ਜੀ ਫਰਮਾਉਂਦੇ ਨੇ ਭਾਈ ਨਾਮ ਦੇ ਅੰਦਰ ਰਾਮ ਆਛੈ, ਵਾਹਿਗੁਰੂ ਪਰਮੇਸ਼ਰ ਦਾ ਨਾਮ ਬੜਾ ਅੱਛਾ ਲੱਗਦਾ ਹੈ। ਰਾਮ ਸ਼ਿਆਮ ਗੋਬਿੰਦ ਗੋ, ਜਿਵੇਂ ਸੰਤਾਂ ਦੇ ਹਿਰਦੇ ਵਿੱਚ ਗੋਬਿੰਦ ਤੇ ਗੋਕਲ ਦੇ ਵਿੱਚ ਸ਼ਿਆਮ, ਤੇ ਭਗਤ ਨਾਮਦੇਵ ਜੀ ਕਹਿੰਦੇ ਮੇਰੇ ਹਿਰਦੇ ਵਿੱਚ ਰਾਮ, ਇਹ ਪਰਮੇਸ਼ਰ ਬੜਾ ਚੰਗਾ ਲੱਗਦਾ ਹੈ। ਇਉਂ ਭਗਤ ਨਾਮਦੇਵ ਜੀ ਨੇ ਸ਼ਬਦ ਦੇ ਵਿੱਚ ਤਿੰਨ ਛੰਦਾਂ ਦੇ ਵਿੱਚ ਵੀ ਇਹ ਤਿੰਨ ਤਿੰਨ ਕਿਸਮ ਦਾ ਖੇਲ ਅਨੁਪ੍ਰਾਸਾਂ ਦਾ ਦਿਖਾ ਕੇ ਤੇ ਇਹ ਸ਼ਬਦ ਦੇ ਵਿੱਚ ਅਖੀਰ ਦੇ ਉੱਤੇ ਵਾਹਿਗੁਰੂ ਦੇ ਨਾਮ ਦੇ ਪਿਆਰ ਦੀ ਗੱਲ ਕਰਕੇ ਸ਼ਬਦ ਦੀ ਸੰਪੂਰਨਤਾ ਕੀਤੀ ਹੈ। ਵੀ ਜਿਵੇਂ ਸਾਰੀਆਂ ਚੀਜ਼ਾਂ ਆਪੋ ਆਪਣੀ ਥਾਵਾਂ ਤੇ ਚੰਗੀਆਂ ਲੱਗਦੀਆਂ ਨੇ ਤੇ ਨਾਮੇ ਮੱਧੇ ਰਾਮ ਆਛੈ, ਨਾਮਦੇਵ ਦੇ ਹਿਰਦੇ ਵਿੱਚ ਵਾਹਿਗੁਰੂ ਪਰਮੇਸ਼ਰ ਦਾ ਨਾਮ ਬੜਾ ਚੰਗਾ ਲੱਗ ਰਿਹਾ ਹੈ। ਇਹ ਕਹਿ ਕੇ ਸ਼ਬਦ ਦੀ ਸੰਪੂਰਨਤਾ ਕੀਤੀ ਹੈ। ਇੱਥੇ ਟੋਡੀ ਰਾਗ ਸੰਪੂਰਨ ਹੋਇਆ ਹੈ। ਸਤਿਗੁਰੂ ਮਿਹਰ ਕਰਨ
ਜੋ ਪਾਵਨ ਪਵਿੱਤਰ ਉਪਦੇਸ਼ ਆਪ ਸੰਗਤਾਂ ਨੇ ਸੁਣੇ ਹਨ, ਇਹਨਾਂ ਨੂੰ ਆਪਾਂ ਹਿਰਦੇ ਵਿੱਚ ਵਸਾਉਣਾ ਹੈ। ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ। ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਸੰਤਾ ਮਦੇ ਗੋਬਿੰਦ ਆਛੈ, ਗੋਕਲ ਮਦੇ ਸ਼ਿਆਮ ਗੋ। ਨਾਮੇ ਮਦੇ ਰਾਮ ਆਛੈ, ਰਾਮ ਸ਼ਿਆਮ ਗੋਬਿੰਦ ਗੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।